Now our next topic is the resistance, variation of resistance with the temperature. कि मतलब है ਇਹਦਾ ਕਿ resistance ਜਿਹੜਾ ਹੈ ਟੈਂਪਰੇਚਰ ਦੇ ਨਾਲ ਕਿਸ ਤਰੀਕੇ ਨਾਲ ਵੇਰੀ ਕਰਦਾ ਹੈ। ਨਾ ਸਾਨੂੰ ਪਤਾ ਹੈ ਕਿ ਕੰਡਕਟਰ ਦੇ ਵਿੱਚ free electrons ਹੁੰਦੇ ਨੇ, there are electrons in the conductor। ਤੇ ਜਦੋਂ ਅਸੀਂ ਕੰਡਕਟਰ ਦੇ ਅਕ੍ਰੋਸ ਪੋਟੈਂਸ਼ੀਅਲ ਡਿਫਰੈਂਸ ਲਗਾਉਂਦੇ ਹਾਂ ਤੇ ਉਹ ਇਲੈਕਟ੍ਰੋਨਸ ਜਿਹੜੇ ਨੇ ਉਹ ਪੋਜ਼ਿਟਿਵ ਟਰਮੀਨਲ ਵੱਲ ਡ੍ਰਿਫਟ ਕਰਨਾ ਸ਼ੁਰੂ ਕਰ ਦਿੰਦੇ ਨੇ। ਠੀਕ ਹੈ, ਨਾਓ ਦਿਸ ਇਜ਼ ਦਾ ਪੋਟੈਂਸ਼ੀਅਲ V ਬਿਟਵੀਨ ਦਾ ਪੁਆਇੰਟ A ਐਂਡ B ਤੇ ਕੰਡਕਟਰ 'ਚੋਂ ਕਰੰਟ I ਫਲੋ ਕਰ ਰਿਹਾ ਹੈ। ਇਸ I ਕਰੰਟ ਨੂੰ ਕੌਣ ਰੋਕਦਾ ਹੈ? ਦੈਟ ਇਜ਼ ਦਾ ਰੈਜ਼ਿਸਟੈਂਸ ਆਫ ਦਾ ਕੰਡਕਟਰ। ਤੇ ਰੈਜ਼ਿਸਟੈਂਸ ਕਿਹਦੇ ਬਰਾਬਰ ਹੁੰਦੀ ਹੈ? ਦੈਟ ਇਜ਼ ਇਕੁਅਲਸ ਟੂ V ਓਵਰ I ਦੇ ਬਰਾਬਰ ਰੈਜ਼ਿਸਟੈਂਸ ਹੁੰਦੀ ਹੈ ਅਕੋਰਡਿੰਗ ਟੂ ਓਮਸ ਲਾ। ਔਰ ਅਗਰ ਇਹਨੂੰ ਅਸੀਂ ਡ੍ਰਿਫਟ ਵੈਲੋਸਿਟੀ ਦੇ ਟਰਮ 'ਚ ਲਿਖੀਏ ਤੇ ਰੈਜ਼ਿਸਟੈਂਸ ਜਿਹੜੀ ਹੈ ਦੈਟ ਇਜ਼ ਇਕੁਅਲਸ ਟੂ ML NE ਸਕੁਅਰ ਟਾਓ A ਦੇ ਬਰਾਬਰ ਵੀ ਹੁੰਦੀ ਹੈ। ਦਿਸ ਇਜ਼ ਆਲਸੋ ਇਕੁਅਲਸ ਟੂ ਦਾ ਰੈਜ਼ਿਸਟੈਂਸ। ਹੁਣ ਇਹਦੇ ਵਿੱਚ ਅਗਰ ਦੇਖੀਏ ਤਾਂ ਰੈਜ਼ਿਸਟੈਂਸ ਜਿਹੜੀ ਹੈ ਉਹ ਮਾਸ ਆਫ ਦਾ ਇਲੈਕਟ੍ਰੋਨ 'ਤੇ ਡਿਪੈਂਡ ਕਰਦੀ ਹੈ। ਰੈਜ਼ਿਸਟੈਂਸ ਲੈਂਥ ਆਫ ਦਾ ਕੰਡਕਟਰ 'ਤੇ ਡਿਪੈਂਡ ਕਰ ਰਹੀ ਹੈ। ਰੈਜ਼ਿਸਟੈਂਸ ਨੰਬਰ ਆਫ ਇਲੈਕਟ੍ਰੋਨਸ 'ਤੇ ਡਿਪੈਂਡ ਕਰ ਰਹੀ ਹੈ। ਚਾਰਜ ਔਨ ਦਾ ਇਲੈਕਟ੍ਰੋਨ 'ਤੇ ਡਿਪੈਂਡ ਕਰ ਰਹੀ ਹੈ। ਰਿਲੈਕਸੇਸ਼ਨ ਟਾਈਮ 'ਤੇ ਡਿਪੈਂਡ ਕਰ ਰਹੀ ਹੈ ਅਤੇ ਏਰੀਆ 'ਤੇ ਡਿਪੈਂਡ ਕਰ ਰਹੀ ਹੈ। ਨਾ ਕਿਸੇ ਵੀ ਪਰਟੀਕੂਲਰ ਲੈਂਥ ਔਰ ਪਰਟੀਕੂਲਰ ਏਰੀਆ ਦਾ ਅਗਰ ਅਸੀਂ ਕੋਈ ਵੀ ਕੰਡਕਟਰ ਲਈਏ ਤਾਂ ਉਹਦੇ ਵਿੱਚ M ਕਾਂਸਟੈਂਟ ਹੈ, ਲੈਂਥ ਉਹਦੀ ਕਾਂਸਟੈਂਟ ਰਹੇਗੀ, ਚੇਂਜ ਨਹੀਂ ਹੋਏਗੀ ਉਸ ਕੰਡਕਟਰ ਦੀ। ਨੰਬਰ ਆਫ ਇਲੈਕਟ੍ਰੋਨਸ ਕਾਂਸਟੈਂਟ ਉਹਦੇ ਵਿੱਚ, ਚਾਰਜ ਔਨ ਦਾ ਇਲੈਕਟ੍ਰੋਨ ਇਹ ਵੀ ਕਾਂਸਟੈਂਟ ਹੈ, ਏਰੀਆ ਵੀ ਉਹਦਾ ਕਾਂਸਟੈਂਟ ਹੈ। ਸੋ ਇਹ ਸਾਰੀਆਂ ਚੀਜ਼ਾਂ ਤੇ ਕਾਂਸਟੈਂਟ ਹੈ। ਵੇਰੀ ਕਿਹੜੀ ਚੜਦੀ ਹੈ ਜਿਹੜੀ ਟੈਂਪਰੇਚਰ ਨਾਲ? ਦੈਟ ਇਜ਼ ਦਾ ਰਿਲੈਕਸੇਸ਼ਨ ਟਾਈਮ। ਸੋ ਆਰ ਕਿਹਦੇ ਬਰਾਬਰ ਆ ਗਿਆ? ML NE ਸਕੁਅਰ A। ਇਹ ਤਾਂ ਸਭ ਕੁਝ ਕਾਂਸਟੈਂਟ ਹੈ, ਨਾਲ ਆ ਗਿਆ 1 ਓਵਰ ਟਾਓ। ਸੋ ਇੰਨੀ ਚੀਜ਼ ਤੇ ਆ ਗਈ ਕਾਂਸਟੈਂਟ ਤੇ ਆਟੋਮੈਟਿਕਲੀ ਆਰ ਦੈਟ ਡਿਪੈਂਡ ਅਪੋਨ ਦਾ ਰਿਲੈਕਸੇਸ਼ਨ ਟਾਈਮ। ਕਿ ਰੈਜ਼ਿਸਟੈਂਸ ਜਿਹੜੀ ਹੈ ਕੰਡਕਟਰ ਦੀ ਕਿਹਦੇ ਨਾਲ ਵੇਰੀ ਕਰੇਗੀ? ਰਿਲੈਕਸੇਸ਼ਨ ਟਾਈਮ ਨਾਲ। ਇਟ ਮੀਨਸ ਕਿ ਅਗਰ ਅਸੀਂ ਕਿਸੇ ਕੰਡਕਟਰ ਦੇ ਅਕ੍ਰੋਸ ਆਫ ਪਰਟੀਕੂਲਰ ਲੈਂਥ ਔਰ ਏਰੀਆ ਅਗਰ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਆ ਅਤੇ ਉਹਦੇ ਵਿੱਚੋਂ ਕਰੰਟ ਫਲੋ ਕਰੇਗਾ ਅਤੇ ਇਲੈਕਟ੍ਰੋਨਸ ਜਿਹੜੇ ਨੇ ਪੋਜ਼ਿਟਿਵ ਟਰਮੀਨਲ ਵੱਲ ਡ੍ਰਿਫਟ ਕਰਨਗੇ। ਜਦੋਂ ਉਹਦੇ ਵਿੱਚੋਂ ਕਰੰਟ ਫਲੋ ਕਰੇਗਾ ਅਤੇ ਮੂਵਮੈਂਟ ਕਾਰਨ ਉਹਦੇ ਅੰਦਰ ਹੀਟ ਪ੍ਰੋਡਿਊਸ ਹੋਏਗੀ। ਇਲੈਕਟ੍ਰੋਨਸ ਦੀ ਮੂਵਮੈਂਟ ਕਾਰਨ ਉਹਦੇ ਅੰਦਰ ਹੀਟ ਪ੍ਰੋਡਿਊਸ ਹੋਏਗੀ ਅਤੇ ਉਸ ਹੀਟ ਕਾਰਨ ਜਿਹੜੇ ਇਲੈਕਟ੍ਰੋਨਸ ਨੇ ਕੁਝ ਐਨਰਜੀ ਗੇਨ ਕਰਨਗੇ, ਦੈਟ ਇਜ਼ ਦਾ ਥਰਮਲ ਐਨਰਜੀ, ਜਿਹਦੇ ਕਰਕੇ ਇਲੈਕਟ੍ਰੋਨਸ ਦੀ ਵਾਈਬ੍ਰੇਸ਼ਨ ਜਿਹੜੀ ਆਪਣੀ ਮੀਨ ਪੋਜੀਸ਼ਨ ਦੇ ਅਕ੍ਰੋਸ ਉਹ ਮੈਕਸੀਮਮ ਹੋ ਜਾਏਗੀ, ਫਾਸਟ ਹੋ ਜਾਏਗੀ। ਔਰ ਇਸ ਵਾਈਬ੍ਰੇਸ਼ਨ ਦੇ ਫਾਸਟ ਹੋਣ ਨਾਲ ਰਿਲੈਕਸੇਸ਼ਨ ਟਾਈਮ ਘੱਟ ਜਾਏਗਾ ਅਤੇ ਰਿਲੈਕਸੇਸ਼ਨ ਟਾਈਮ ਡਿਕਰੀਜ਼ ਹੋ ਜਾਏਗਾ ਅਤੇ ਆਰ ਜਿਹੜਾ ਹੈ ਉਹ ਆਟੋਮੈਟਿਕਲੀ ਵੱਧ ਜਾਏਗਾ। ਸੋ ਅਕੋਰਡਿੰਗ ਟੂ ਇਟ ਕਿ ਅਗਰ ਕਿਸੇ ਵੀ ਕੰਡਕਟਰ ਦਾ ਟੈਂਪਰੇਚਰ ਇਨਕਰੀਜ਼ ਕਰਦਾ ਹੈ, ਟੈਂਪਰੇਚਰ ਇਨਕਰੀਜ਼ ਕਰੇਗਾ, ਇਲੈਕਟ੍ਰੋਨਸ ਦੀ ਮੂਵਮੈਂਟ ਇਨਕਰੀਜ਼ ਕਰੇਗੀ ਅਤੇ ਇਲੈਕਟ੍ਰੋਨ ਦੀ ਮੂਵਮੈਂਟ ਇਨਕਰੀਜ਼ ਕਰਨ ਨਾਲ ਰਿਲੈਕਸੇਸ਼ਨ ਟਾਈਮ ਇਨਕਰੀਜ਼ ਕਰੇਗਾ। ਰਿਲੈਕਸੇਸ਼ਨ ਟਾਈਮ ਇਨਕਰੀਜ਼ ਕਰੇਗਾ ਅਤੇ ਰਿਲੈਕਸੇਸ਼ਨ ਟਾਈਮ ਡਿਕਰੀਜ਼ ਕਰੇਗਾ। ਰਿਲੈਕਸੇਸ਼ਨ ਟਾਈਮ ਡਿਕਰੀਜ਼ ਕਰੇਗਾ ਅਤੇ ਰੈਜ਼ਿਸਟੈਂਸ ਇਨਕਰੀਜ਼ ਕਰੇਗੀ। ਰਿਲੈਕਸੇਸ਼ਨ ਟਾਈਮ ਕਿਉਂ ਇਨਕਰੀਜ਼ ਕਰੇਗਾ? ਕਿਉਂਕਿ ਇਲੈਕਟ੍ਰੋਨਸ ਦੀ ਵਾਈਬ੍ਰੇਸ਼ਨ ਵੱਧ ਜਾਏਗੀ ਅਤੇ ਵਾਈਬ੍ਰੇਸ਼ਨ ਦੇ ਵਧਣ ਨਾਲ ਉਹਨਾਂ ਦੀ ਕੋਲਾਈਨ ਵੀ ਵੱਧ ਜਾਏਗੀ ਅਤੇ ਕੋਲਾਈਨ ਦੇ ਵਧਣ ਨਾਲ ਰਿਲੈਕਸੇਸ਼ਨ ਟਾਈਮ ਡਿਕਰੀਜ਼ ਕਰ ਦੇਗਾ। ਹੈਂਸ ਵਿਦ ਦ ਇਨਕਰੀਜ਼ ਇਨ ਦਾ ਟੈਂਪਰੇਚਰ ਦ ਰੈਜ਼ਿਸਟੈਂਸ ਇਨਕਰੀਜ਼ਿਜ਼। ਕੰਡਕਟਰ ਦੇ ਵਿੱਚ ਟੈਂਪਰੇਚਰ ਵੱਧਦਾ ਅਤੇ ਉਹਦੀ ਰੈਜ਼ਿਸਟੈਂਸ ਵੱਧਦੀ ਹੈ, ਨਾ ਕਿ ਘਟਦੀ ਹੈ। ਨਾਓ ਹਾਊ ਇਟਸ ਵੇਰੀ, ਇਹਦਾ ਕੀ ਫਾਰਮੂਲਾ ਹੈ ਵਧਣ ਦਾ। ਨਾਓ ਸਪੋਜ਼ R0 is the resistance of the conductor
at 0 degree temperature. RT is the resistance of the conductor at T degree temperature. Now difference in resistance. This is equals to RT minus R naught. Now this difference RT minus R naught सब तो पहला तो डिपेंड करता है कि इनिशियल टैंपरेचर कितना है। जे ये रेजिस्टेंस कितनी है, जे इनिशियल रेजिस्टेंस ज़्यादा होगी तो ऑलरेडी डिफरेंस उस हिसाब नाल डिपेंड करेगा। फर्स्ट इज RT माइनस R नॉट डिपेंड अपॉन इनिशियल रेजिस्टेंस। सेकेंड RT माइनस R नॉट दैट डिपेंड्स अपॉन टेम्परेचर, दैट इज T नॉट T1 माइनस T नॉट टैंपरेचर पर भी डिपेंड करता है कि कितना ऐसी टैंपरेचर डिफरेंस लेता है। और अगर इसी इनू कंबाइन कर दिए RT माइनस R नॉट दैट इज इक्वल्स टू R नॉट T1 माइनस T नॉट के बराबर है। और RT माइनस R नॉट कि बराबर हो गया, दिस इज इक्वल्स टू अल्फा R नॉट T माइनस T नॉट नू असी T भी ले लैने। अगर असी T नॉट नू 0 डिग्री टैंपरेचर पुट करिए तो T1 जड़ा है दैट इज इक्वल्स टू T के बराबर आएगा। सो दैट इज इक्वल्स टू दिस मच। तो RT माइनस R नॉट इतना आ गया। RT की वैल्यू कितनी आ गई, R नॉट प्लस अल्फा R नॉट T। सो RT दैट इज द रेजिस्टेंस एट T डिग्री टेम्परेचर 1 plus alpha TR. So AS relation now, whereas alpha that is known as the coefficient of temperature. This is known as coefficient of temperature. So coefficient of temperature किधे बराबर है, that is RT minus R naught over R naught into T. This is equals to change in resistance over original resistance into change in temperature. So this is the definition of coefficient of temperature. This is in a coefficient of temperature of resistance, coefficient of resistance या temperature coefficient of resistance, you can say anything, temperature coefficient of resistance। कंडक्टर ਲਈ अल्फा की वैल्यू पॉजिटिव होंगी है, ठीक है, क्योंकि इट इंक्रीजेस रेजिस्टेंस increases with temperature। इंसुलेटर्स ਲਈ अल्फा की वैल्यू नैगेटिव होंगी है, क्योंकि इंसुलेटर विच रेजिस्टेंस डिक्रीजेस विद टैंपरेचर। ते अलॉयज दे विच अल्फा की वैल्यू पॉजिटिव होंगी है लेकिन बहुत घट होंगी है, लैस। सो अल्फा की वैल्यू पॉजिटिव है बट लैस, दैट्स वाई अलॉयज आर यूज्ड फॉर मेकिंग स्टैंडर्ड कॉइल। Are used for making standard coils। Similarly अगर इसी रेजिस्टिविटी ਲਈ कि रेजिस्टिविटी जिहड़ी है वो टैंपरेचर नाल किवें वेरी करती है विद टैंपरेचर। ना रेजिस्टिविटी दे विच बाकी तो सारा कुछ होई है, डिफरेंस की है, रेजिस्टिविटी जिहड़ी रो है दैट इज इक्वल्स टू MNE स्क्वेयर टाउ के बराबर है। वो लेंथ तो एरिया नहीं, और वो भी अल्टीमेटली डिपेंड कितने करती है, रिलैक्सेशन टाइम की। रेजिस्टिविटी वास्ते साढ़े कोल फॉर्मूला आएगा
alpha, that is the resistivity at temperature T, that is equals to rho naught 1 plus alpha T minus T naught, this one. So this is the resistivity at T degree temperature, resistivity at 0 degree centigrade, or alpha is the temperature coefficient of resistivity. So alpha कितने बराबर आ जाएगा, रो टी माइनस रो नॉट ओवर ओरिजिनल resistivity T माइनस T नॉट, सेम वैल्यू है. कंडक्टर वास्ते अल्फा resistivity that is positive, insulator वास्ते अल्फा is negative, ते semiconductor वास्ते अल्फा that is equals to positive but less. ते और अगर असी इदा दा ग्राफ बनाइए, सो ग्राफ विल बी इधरले पासे टेम्परेचर, इधरले पासे resistivity. So in conductor the resistivity increases with temperature. For semiconductor resistivity इस तरीके नाल increase करती है. This is resistivity for semiconductor. Now resistivity ਜਿਹੜੀ ਹੈ ਉਹ semiconductor ਦੇ ਵਿੱਚ ਇਸ ਤਰੀਕੇ ਨਾਲ ਵੇਰੀ ਕਰਦੀ ਹੈ, और इंसूलेटर ਦੇ ਵਿੱਚ इट डिक्रीजेस विद द ਟੈਂਪਰੇਚਰ ਦੇ ਨਾਲ ਨਾਲ ਰੈਜ਼ਿਸਟਿਵਿਟੀ ਜਿਹੜੀ ਹੈ ਇੰਸੂਲੇਟਰ ਦੀ ਘਟਦੀ ਜਾਂਦੀ ਹੈ. ਦਿਸ ਇਜ਼ ਅਬਾਊਟ ਦ ਵੇਰੀਏਸ਼ਨ ਆਫ ਰੈਜ਼ਿਸਟੈਂਸ ਆਫ ਰੈਜ਼ਿਸਟਿਵਿਟੀ ਵਿਦ ਦ ਟੈਂਪਰੇਚਰ. ਨੈਕਸਟ ਕਮਸ ਦ ਨॉन ਓਮਿਕ ਡਿਵਾਈਸਿਸ. ਨॉन ਓਮਿਕ ਡਿਵਾਈਸਿਸ ਉਹ ਹੈ ਜਿਹੜੇ ਕਿ ਓਮਸ ਲਾ ਨੂੰ ਫੋਲੋ ਨਹੀਂ ਕਰਦੇ. सो दे डोंट फॉलो द रिलेशन V इज इक्वल्स टू IR. और अगर असी V और I दे विच ग्राफ बनाइए नॉन ओमिक डिवाइसिस का, वो कभी भी स्ट्रेट लाइन नहीं बनता, तो ना ही वो ग्राफ जिहड़ा है वो ओरिजिन चो पास करता है. सो नॉन ओमिक डिवाइसिस वो ने जिहड़े कि ओम्स लॉ नू फॉलो नहीं करते, तो V और I का ग्राफ उन्हां दा लीनियर नहीं बनता. पोटेंशियल डिफरेंस और करंट का ग्राफ लीनियर नहीं बनता. कई बारी पोटेंशियल डिफरेंस की एक वैल्यू तो आई दियाँ कितनी वैल्यू आ जाती, और कई बारी पोटेंशियल नैगेटिव या पॉजिटिव किसी तरीके नाल वेरी करते हैं. नाउ दो डिवाइसेस विच डू नॉट ओबे ओम्स लॉ, दे आर वैक्यूम ट्यूब, सैमीकंडक्टर्स, लिक्विड इलैक्ट्रोलाइट्स एंड ट्रांजिस्टर्स. ये ओम्स लॉ नू फॉलो नहीं करते. सब तो पहला कारण है कि जड़ा ग्राफ है V और I का वो लीनियर ना होके कर्वड हो जाता है. मतलब इत्थे असीं देखो कि एक पर्टिकुलर V की वैल्यू लई I दियां कितनियां वैल्यूज़ आ गई. इस जगह ते इस पॉइंट ते पोटेंशियल इस पोटेंशियल ते V कांस्टेंट हो गया, इत्थों वेरी कर रहा सी, इत्थे कांस्टेंट हो गया. सो दे डोंट फॉलो द ओम्स लॉ नूं उन्हें फॉलो नहीं किया. सो दिस इज़ द फस्ट रीज़न कि नॉन ओमिक डिवाइसिस नूं असीं नॉन ओम जिहड़े ਇਹ डिवाइसिस ने इन्हां नूं असीं नॉन ओमिक डिवाइसिस क्यों कहते हैं. सैकेंड कि V और I जिहड़ा ग्राफ है V और I का, वो डिपेंड करता है कि V पॉजिटिव है कि V नैगेटिव है. डायोड या ट्रांजिस्टर वास्ते अगर पोटेंशियल पॉजिटिव हुंदा है तो उहदा ग्राफ that is like this, और अगर V negative होता है तो for that graph that is of this shape. So here you can see कि डायोड या ट्रांजिस्टर ਲਈ वो ओम्स लॉ ਨੂੰ फॉलो नहीं कर रहे. थर्ड केस ਜਿਹੜਾ वैक्यूम ट्यूब है ਉਹਨਾਂ ਦੇ ਵਿੱਚ V और I ਦੇ ਵਿੱਚ ਜਿਹੜਾ ग्राफ है that is of this shape, कि V ਦੀ ਇੱਕ वैल्यू वास्ते सपोज V ਦੀ I ਦੀ ਇਹ वाली वैल्यू है, I ਦੀ ਇੱਕ वैल्यू V ਦੀਆਂ दो वैल्यू ਤੇ डिपेंड कर रही है. ਜਦੋਂ पोटेंशियल V1 है तद भी I इन्ना, ਜਦੋਂ पोटेंशियल V2 है I ਦੀ तद भी वैल्यू होनी है, तो ਜਦੋਂ पोटेंशियल V0 है I ਦੀ तद भी वैल्यू होनी है. सो
आई वी ਦੀਆਂ 3 ਵੈਲਿਊਜ਼ ਦੇ ਉੱਪਰ आई ਦੀ ਇੱਕੋ ਵੈਲਿਊ ਹੈ। ਸੋ ਦਿਸ ਇਜ਼ ਦ ਗ੍ਰਾਫ ਆਫ ਦ ਵੈਕਿਊਮ ਟਿਊਬ। ਮਤਲਬ ਇਹਨਾਂ ਤਿੰਨਾਂ ਕੇਸਿਸ ਦੇ ਵਿੱਚ ਜਿਹੜਾ ਡਿਵਾਈਸਿਸ ਹੈ ਉਹ ਓਮਸ ਲਾ ਨੂੰ ਫੋਲੋ ਨਹੀਂ ਕਰਦੇ ਐਂਡ ਦੇ ਆਰ ਨੋਨ ਐਜ਼ ਦ ਨॉन ਓਮਿਕ devices।